एवरीवन, सत श्री अकाल सारिਆਂ ਨੂੰ बहुत बहुत स्वागत है पंजाब अड्डा 24/7 ਤੇ ਤੁਹਾਡੇ ਸਾਰਿਆਂ ਦਾ। ਤੇ ਬਹੁਤ ਹੀ ਇੰਪੋਰਟੈਂਟ ਸੀਰੀਜ਼ ਜਿਹੜੀ ਆ ਮੈਂ ਸਟਾਰਟ ਕਰਨ ਵਾਲੀ ਹਾਂ। ਇਸ ਸੀਰੀਜ਼ ਦੇ ਵਿੱਚ ਇਨਵਾਇਰਮੈਂਟਲ ਇਸ਼ੂਜ਼ ਦੇ ਰਿਲੇਟਡ ਆਪਾਂ ਟੌਪਿਕਸ ਜਿਹੜੇ ਆ ਡਿਸਕਸ਼ਨ ਕਰਾਂਗੇ। ਨਾਲ ਦੀ ਨਾਲ ਇਕਨੋਮਿਕਸ ਇਸ਼ੂਜ਼ ਹੋ ਗਏ ਜਾਂ ਪੋਲੀਟੀਕਲ ਇਸ਼ੂਜ਼ ਹੋ ਗਏ। PSSB ਦੇ ਜਿੰਨੇ ਵੀ ਐਗਜ਼ਾਮਸ ਹੈ ਸਾਰਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਕਿ ਇੰਪੋਰਟੈਂਟ ਜਿਹੜੇ ਟੌਪਿਕਸ ਹੈਗੇ ਨੇ ਕਰੰਟ ਅਫੇਅਰਸ ਤੋਂ ਰਿਲੇਟਡ ਕਹਿ ਲਓ ਜਾਂ ਸਟੈਟਿਕ ਜੀਕੇ ਤੋਂ ਰਿਲੇਟਡ ਕਹਿ ਲਓ ਜਾਂ ਤੁਸੀਂ ਕਹਿ ਲਓ ਨੋਰਮਲ ਜੀਕੇ ਤੋਂ ਰਿਲੇਟਡ, ਇਹ ਸਾਰੇ ਆਪਾਂ ਇਹਨਾਂ ਸੀਰੀਜ਼ ਦੇ ਵਿੱਚ ਕੰਪਲੀਟ ਕਰਾਂਗੇ। ਤੇ ਸੀਰੀਜ਼ ਬਹੁਤ ਹੀ ਸ਼ਾਰਟ ਐਂਡ ਕ੍ਰਿਸਪ ਰਹੇਗੀ ਤਾਂ ਕਿ ਤੁਹਾਨੂੰ ਜਿੰਨੀ ਵੀ ਆਪਾਂ ਰਿਪੋਰਟਸ ਕਰਵਾਈ ਹੈ ਜਾਂ ਜਿੰਨੇ ਵੀ ਇੰਪੋਰਟੈਂਟ ਟੌਪਿਕਸ ਕਰਵਾਈਏ ਉਹ ਤੁਹਾਨੂੰ ਜ਼ਿਆਦਾ ਦੇਰ ਤੱਕ ਤੁਸੀਂ ਆਰਾਮ ਦੇ ਨਾਲ ਯਾਦ ਰੱਖ ਸਕੋ ਤੇ ਬਹੁਤ ਹੀ ਘੱਟ ਟਾਈਮ ਜਿਹੜਾ ਹੈ ਤੁਹਾਡਾ ਯੂਟਿਲਾਈਜ਼ ਹੋਏ। ਤੇ ਜਿਹੜੀ ਸੀਰੀਜ਼ ਹੈ ਮੇਰੇ ਦੁਆਰਾ ਪ੍ਰੈਜ਼ੈਂਟਡ ਕੀਤੀ ਜਾ ਰਹੀ ਹੈ, ਮੇਰਾ ਨਾਮ ਯਸ਼ਿਕਾ ਟੰਡਨ। ਤਾਂ ਚਲੋ ਅੱਜ ਦੀ ਸੀਰੀਜ਼ ਜਿਹੜੀ ਹੈ ਸਟਾਰਟ ਕਰਦੇ ਹਾਂ। ਅੱਜ ਆਪਾਂ ਗੱਲ ਕਰਨ ਵਾਲੇ ਹਾਂ ਲਿਵਿੰਗ ਪਲੈਨਟ ਰਿਪੋਰਟ 2022 ਦੇ ਬਾਰੇ। ਬਹੁਤ ਹੀ ਇੰਪੋਰਟੈਂਟ ਰਿਪੋਰਟ ਹੈ। ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕੀ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਨੇ ਸਾਨੂੰ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਯਾਦ ਰੱਖਣੀਆਂ ਹੈ। ਰੀਸੈਂਟਲੀ ਕੀ ਹੋਇਆ, ਵਰਲਡ ਵਾਈਡ ਫੰਡ ਫॉर ਨੇਚਰ ਫਲੈਗਸ਼ਿਪ ਪਬਲੀਕੇਸ਼ਨ ਦੇ ਦੁਆਰਾ ਲਿਵਿੰਗ ਪਲੈਨਟ ਰਿਪੋਰਟ 2022 ਜਿਹੜੀ ਹੈ ਰਿਲੀਜ਼ ਕੀਤੀ ਗਈ। ਹੁਣ ਅਗਰ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾ ਕੁਐਸਚਨ ਇਹ ਆਉਂਦਾ ਹੈ ਕਿ ਜਿਹੜੀ ਲਿਵਿੰਗ ਪਲੈਨਟ ਰਿਪੋਰਟ ਹੈ ਕਿਹਦੇ ਦੁਆਰਾ ਰਿਲੀਜ਼ ਕੀਤੀ ਗਈ। ਤਾਂ ਯਾਦ ਰੱਖ ਲੈਣਾ ਹੈ ਕਿ ਵਰਲਡ ਵਾਈਡ ਫੰਡ ਫॉर ਨੇਚਰ ਫਲੈਗਸ਼ਿਪ ਪਬਲੀਕੇਸ਼ਨ ਦੇ ਦੁਆਰਾ। ਇੱਕ ਗੱਲ ਹੋਰ ਯਾਦ ਰੱਖ ਲੈਣੀ ਹੈ ਕਿ ਵਰਲਡ ਵਾਈਡ ਫੰਡ ਫॉर ਫਲੈਗ ਨੇਚਰ ਫਲੈਗਸ਼ਿਪ ਪਬਲੀਕੇਸ਼ਨ ਨੇ ਕੋਲੈਬੋਰੇਸ਼ਨ ਕੀਤੀ ਹੈ ਜ਼ੂਲੋਜੀਕਲ ਸੁਸਾਇਟੀ ਆਫ ਲੰਡਨ ਦੇ ਨਾਲ। ਤਾਂ ਇਹ ਕੁਐਸਚਨ ਵੀ ਬਣ ਸਕਦਾ ਹੈ ਕਿ ਹਾਲ ਹੀ ਦੇ ਵਿੱਚ ਜਿਹੜੀ ਲਿਵਿੰਗ ਪਲੈਨਟ ਰਿਪੋਰਟ ਸੀਗੀ ਵਰਲਡ ਵਾਈਡ ਫੰਡ ਫॉर ਨੇਚਰ ਫਲੈਗਸ਼ਿਪ ਪ੍ਰੋਗਰਾਮ ਦੀ, ਇਸਨੇ ਕਿਸ ਦੇ ਨਾਲ ਕੋਲੈਬੋਰੇਸ਼ਨ ਕੀਤਾ। ਸੈਕਿੰਡ ਇੰਪੋਰਟੈਂਟ ਗੱਲ ਕੀ ਇਹ ਹੈ ਕਿ ਇਸ ਨੂੰ ਹਰ ਸਾਲ ਰਿਲੀਜ਼ ਕਦੋਂ ਕੀਤਾ ਜਾਂਦਾ ਹੈ। 2 ਸਾਲ ਬਾਅਦ ਰਿਲੀਜ਼ ਕੀਤਾ ਜਾਂਦਾ ਕਿ ਹਰ ਸਾਲ ਬਾਅਦ। ਇਹਨੂੰ ਹਰ ਐਵਰੀ 2 ਇਅਰਸ ਦੇ ਵਿੱਚ ਰਿਲੀਜ਼ ਕੀਤਾ ਜਾਂਦਾ ਹੈ। ਤੇ ਪਹਿਲੀ ਜਿਹੜੀ ਰਿਪੋਰਟ ਸੀਗੀ ਉਹ 1988 ਦੇ ਵਿੱਚ ਰਿਲੀਜ਼ ਕੀਤੀ ਗਈ। ਰਾਈਟ, ਹੁਣ ਲਿਵਿੰਗ ਪਲੈਨਟ ਦੀ ਗੱਲ ਕਰੀਏ ਰਿਪੋਰਟ, ਇਸ ਦੇ ਵਿੱਚ ਹੁੰਦਾ ਕੀ ਹੈ, ਨਾਮ ਹੀ ਦਰਸਾ ਰਿਹਾ ਹੈ ਕਿ ਲਿਵਿੰਗ ਪਲੈਨਟ ਯਾਨੀ ਕਿ ਪਲੈਨਟ ਦੇ ਵਿੱਚ ਜਿੰਨੀ ਪ੍ਰਜਾਤੀਆਂ ਰਹਿ ਰਹੀਆਂ ਨੇ ਉਹਨਾਂ ਦੇ ਬਾਰੇ ਜਿਹੜਾ ਹੈ ਇਨਫੋਰਮੇਸ਼ਨ ਜਿਹੜੀ ਹੈ ਰਿਪੋਰਟ ਦਿੰਦੀ ਹੈ। ਤੇ ਕੁਝ ਮੇਜਰ ਆਊਟਕਮਸ ਹੈ ਰਿਪੋਰਟਸ ਦੀ ਜੋ ਤੁਹਾਨੂੰ ਯਾਦ ਰੱਖਣੀਆਂ ਨੇ। ਜਿਵੇਂ ਸਭ ਤੋਂ ਪਹਿਲਾਂ ਇਹ ਕਿ ਪੋਪੂਲੇਸ਼ਨ ਦਾ ਡਿਕਲਾਈਨ ਦੇਖਣ ਨੂੰ ਮਿਲਿਆ। ਵਾਈਲਡ ਲਾਈਫ ਦੇ ਵਿੱਚ ਕਿੰਨਾ ਪੋਪੂਲੇਸ਼ਨ ਦਾ ਡਿਕਲਾਈਨ ਦੇਖਣ ਨੂੰ ਮਿਲਿਆ, 69% ਡਿਕਲਾਈਨ ਦੇਖਣ ਨੂੰ ਮਿਲਿਆ ਸਾਨੂੰ ਵਾਈਲਡ ਲਾਈਫ ਪੋਪੂਲੇਸ਼ਨ ਦੇ ਵਿੱਚ। ਜਿਵੇਂ ਬਰਡਸ ਹੋ ਗਏ, ਐਂਬੀਫੀਅਨਸ ਹੋ ਗਏ, ਮੈਮਲਸ ਹੋ ਗਏ। ਐਂਬੀਫੀਅਨਸ ਉਹ ਹੁੰਦੇ ਨੇ ਜੋ ਪਾਣੀ ਦੇ ਵਿੱਚ ਵੀ ਰਹਿੰਦੇ ਨੇ ਤੇ ਧਰਤੀ ਤੇ ਵੀ ਰਹਿੰਦੇ ਨੇ। ਫਿਸ਼ਿਜ਼ ਹੋ ਗਏ, ਰੈਪਟਾਈਲਸ ਹੋ ਗਏ। ਲਾਸਟ 50 ਇਅਰਸ ਦੇ ਵਿੱਚ ਅਗਰ ਆਪਾਂ ਕੈਲਕੂਲੇਟ ਕਰੀਏ, ਇਸ ਰਿਪੋਰਟ ਦਾ ਕਹਿਣਾ ਇਹ ਹੈ ਕਿ 69% ਸਾਨੂੰ ਡਿਕਲਾਈਨ ਦੇਖਣ ਨੂੰ ਮਿਲਿਆ। ਇਹ ਵੀ ਗੱਲ ਕਹੀ ਕਿ ਜਿਹੜੀ ਫਰੈਸ਼ ਵਾਟਰ ਪੋਪੂਲੇਸ਼ਨ ਹੁੰਦੀ, ਜਿਹੜੀ ਫਰੈਸ਼ ਵਾਟਰ ਦੇ ਵਿੱਚ ਰਹਿੰਦੇ ਨੇ, ਜਿਵੇਂ ਸੀਜ਼ ਹੋ ਗਿਆ, ਰਾਈਟ ਲੇਕਸ ਹੋ ਗਏ, ਉਹਦੇ ਵਿੱਚ ਜਿਹੜੀ ਪੋਪੂਲੇਸ਼ਨ ਰਹਿੰਦੀ ਹੈ ਉਹਦੇ ਵਿੱਚ 83% ਸਾਨੂੰ ਡਿਕਲਾਈਨ ਦੇਖਣ ਨੂੰ ਮਿਲਿਆ। ਇੰਡੀਆ ਦੇ ਰਿਲੇਟਡ 2 ਗੱਲਾਂ ਦੱਸੀਆਂ ਨੇ ਇਸ ਰਿਪੋਰਟ ਨੇ। ਉਹ ਇਹ ਗੱਲ ਦੱਸੀ ਕਿ ਜਿਹੜਾ ਹਿਮਾਲਯਨ ਰੀਜਨ ਹੁੰਦਾ ਹੈ ਜਾਂ ਵੈਸਟਰਨ ਘਾਟ ਰੀਜਨ ਹੁੰਦਾ ਹੈ, ਜਿਸ ਨੂੰ ਆਪਾਂ ਕਹਿੰਦੇ ਕਿ ਜਿੱਥੇ ਸਭ ਤੋਂ ਜ਼ਿਆਦਾ ਪ੍ਰਜਾਤੀਆਂ ਪਾਈਆਂ ਜਾਂਦੀਆਂ ਨੇ। ਜਿਵੇਂ ਵੈਸਟਰਨ ਘਾਟਸ ਦੇ ਬਾਰੇ ਗੱਲ ਕਰੀਏ, ਕਾਫੀ ਅੱਛਾ ਮੌਸਮ, ਮਿੱਟੀ ਮਿਲਦਾ, ਪੇੜ ਪੌਦੇ, ਜੀਵ ਜੰਤੂ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ। ਤੇ ਵੈਸਟਰਨ ਘਾਟਸ ਜਿਹੜਾ ਹੈ ਇਹਨੂੰ ਬਾਇਓਡਾਇਵਰਸਿਟੀ ਹੌਟਸਪੌਟ ਵੀ ਕਿਹਾ ਜਾਂਦਾ ਹੈ। ਇਸ ਨੂੰ ਵੀ ਕਿਹਾ ਗਿਆ ਕਿ ਇਹ ਮੋਸਟ ਵਰਨੇਬਲ ਰੀਜਨਸ ਦੇ ਵਿੱਚੋਂ ਆਏ। ਕੁਐਸਚਨ ਆ ਸਕਦਾ ਹੈ ਕਿ ਲਿਵਿੰਗ ਪਲੈਨਟ ਰਿਪੋਰਟ ਦੇ ਅਕੋਰਡਿੰਗਲੀ ਇੰਡੀਆ ਦੇ ਕਿਹੜੇ ਪਾਰਟਸ ਜਿਹੜੇ ਹੈ ਮੋਸਟ ਵਰਨੇਬਲ ਰੀਜਨ ਦੇ ਵਿੱਚ ਆਏ, ਕਿਉਂਕਿ ਬਾਇਓਡਾਇਵਰਸਿਟੀ ਲਾਸ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਿਆ, ਪ੍ਰਜਾਤੀਆਂ ਦਾ ਲਾਸ ਸਾਨੂੰ ਦੇਖਣ ਨੂੰ ਮਿਲਿਆ। ਈਵਨ ਇੱਕ ਪ੍ਰਜਾਤੀ ਜਿਹਦਾ ਨਾਮ ਹੈ ਫਰੈਸ਼ ਵਾਟਰ ਟਰਟਲਸ ਜਿਹੜੇ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਸਾਨੂੰ ਪੋਪੂਲੇਸ਼ਨ ਜਿਹੜੀ 17 ਇੱਦਾਂ ਦੀ ਸਪੀਸੀਜ਼ ਸੀ ਜਿਹਦੇ ਵਿੱਚ ਡਿਕਲਾਈਨ ਦੇਖਣ ਨੂੰ ਮਿਲਿਆ। ਇਸ ਰਿਪੋਰਟ ਦੇ ਦੁਆਰਾ ਦਰਸਾਇਆ ਗਿਆ। ਫਰਦਰ ਮੋਰ ਅਗਰ ਰਿਪੋਰਟ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਪੜ੍ਹੀਏ ਤਾਂ ਇਹਦੇ ਵਿੱਚ ਸਾਨੂੰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਇਸ ਪਰਟੀਕੂਲਰ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਰੀਜਨ ਵਾਈਜ਼ ਕਿਸ ਤਰੀਕੇ ਦੇ ਨਾਲ ਕਿਤੇ ਕਿਤੇ ਘਾਟਾ ਸਾਨੂੰ ਦੇਖਣ ਨੂੰ ਮਿਲਿਆ। ਜਿਵੇਂ ਅਮਰੀਕਾ ਵਾਲੀ ਸਾਈਡ ਤੇ ਇੱਕ ਕੈਰੀਬੀਅਨ ਰੀਜਨ ਹੁੰਦਾ ਹੈ, ਉੱਥੇ ਵੀ 94% ਡਿਕਲਾਈਨ ਦੇਖਣ ਨੂੰ ਮਿਲਿਆ। ਹਾਈਐਸਟ ਡਿਕਲਾਈਨ ਤੁਹਾਨੂੰ ਅਮਰੀਕਾ ਵਾਲੀ ਸਾਈਡ ਦੇਖਣ ਨੂੰ ਮਿਲਿਆ ਹੈ ਬਾਇਓਡਾਇਵਰਸਿਟੀ ਦਾ, ਪ੍ਰਜਾਤੀਆਂ ਦਾ। ਫਰਦਰ ਮੋਰ ਇੱਕ ਹੋਰ ਗੱਲ ਯਾਦ ਰੱਖ ਲੈਣੀ ਹੈ ਕਿ ਜਿਵੇਂ ਆਪਾਂ ਏਸ਼ੀਆ ਕੰਟਰੀ ਆ ਜਾਂਦੇ ਨਾ, ਏਸ਼ੀਆ ਪੈਸੀਫਿਕ, ਤਾਂ ਆਪਾਂ ਦੇਖਿਆ ਕਿ ਇੱਥੇ ਮੋਨੀਟਰ ਕੀਤੀ ਗਈ ਹੈ ਕਿ ਪੋਪੂਲੇਸ਼ਨ ਜਿਹੜੀ ਹੈ ਉਹ 55% ਜਿਹੜੀ ਹੈ ਡਿਕਲਾਈਨ ਹੋਈ ਹੈ ਲਿਵਿੰਗ ਦੀ, ਯਾਨੀ ਕਿ ਜਿਹੜੀ ਜਾਨਵਰ ਜਾਂ ਪ੍ਰਜਾਤੀਆਂ ਦੀ ਹੁੰਦੀ ਹੈ। ਤਾਂ ਇਸ ਰਿਪੋਰਟ ਦੇ ਵਿੱਚ ਜਸਟ ਇੰਨਾ ਯਾਦ ਰੱਖਣ ਵਾਲੀ ਗੱਲ ਹੈ ਕਿ ਸਭ ਤੋਂ ਪਹਿਲਾਂ ਕਿ ਰਿਪੋਰਟ ਕਿਹਦੇ ਦੁਆਰਾ ਰਿਲੀਜ਼ ਕੀਤੀ ਗਈ। ਹਾਂਜੀ, ਸੈਕਿੰਡ ਇਹਦੇ ਵਿੱਚ ਇਹ ਗੱਲ ਯਾਦ ਰੱਖਣੀ ਕਿ ਕਿੰਨਾ ਪਰਸੈਂਟੇਜ ਉਹਨਾਂ ਨੇ ਡਿਕਲਾਈਨ ਦੱਸਿਆ। ਥਰਡਲੀ ਇੰਡੀਆ ਦੇ ਰਿਲੇਟਡ। ਇਹ 3 ਇਨਫੋਰਮੇਸ਼ਨ ਇਹਦੇ ਵਿੱਚ ਇੰਪੋਰਟੈਂਟ ਸੀਗੀ, ਤਾਂ ਇਸ ਨੂੰ ਯਾਦ ਰੱਖਿਓ। ਐਗਜ਼ਾਮ ਪੁਆਇੰਟ ਆਫ ਵਿਊ ਦੇ ਲਈ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਨਾਲ ਦੀ ਨਾਲ ਬਹੁਤ ਹੀ ਇੰਪੋਰਟੈਂਟ ਗੱਲ ਇਹ ਹੈ, ਸਾਡੇ PSSB ਦੇ ਬੱਚਾ ਜਿਹੜੇ ਕੋਰਸਿਸ ਹੈਗੇ ਨੇ ਉਹ ਰਨ ਕਰ ਰਹੇ ਨੇ। ਅਗਰ ਤੁਸੀਂ ਹਜੇ ਤੱਕ ਉਹਨਾਂ ਦੇ ਵਿੱਚ ਇਨਰੋਲ ਨਹੀਂ ਕਰਵਾਇਆ ਹੈ, ਜਾ ਕੇ ਇਨਰੋਲ ਕਰਵਾਓ, ਕਿਉਂਕਿ PSSB ਵੀਡੀਓ, PSSB ਕਲਰਕ ਲੀਗਲ, PSSB
SB ਐਕਸਾਈਜ਼ ਇੰਸਪੈਕਟਰ, ਤਿੰਨਾਂ ਦੇ ਅਲੱਗ ਕੋਰਸਿਸ ਆ ਚੁੱਕੇ ਨੇ ਹੁਣ, ਜਿਵੇਂ ਪਿੱਛੇ ਕੋਰਸਿਸ ਆਲਰੇਡੀ ਰਨ ਹੋ ਰਹੇ ਸੀਗੇ, ਹੁਣ ਆਪਾਂ ਰਿਵੀਜ਼ਨ ਬੈਚਸ ਲੈ ਕੇ ਆ ਗਏ ਹਾਂ। ਅਗਰ ਤੁਸੀਂ ਫੁੱਲ ਫਲੈਜ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਉਹਦੇ ਬੈਚਸ ਵੀ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਹੇ ਨੇ, ਜਿਵੇਂ ਕਿ PSSB ਵੀਡੀਓ ਦਾ ਬੈਚ, PSSB ਕਲਰਕ ਦਾ ਬੈਚ ਤੁਹਾਡਾ ਈਵਨਲੀ। ਅਗਰ ਆਪਾਂ ਦੇਖਦੇ ਹਾਂ ਕਿ ਸਾਡਾ ਅੱਜ ਦਾ ਜਿਹੜਾ ਪੰਜਾਬ ਦਾ ਮਹਾਪੈਕ ਹੈ ਉੱਤੇ ਵੈਲਿਡਿਟੀ ਆਫਰ ਵੀ ਹੈ, ਯਾਨੀ ਕਿ ਤੁਹਾਨੂੰ ਜਿਹੜਾ ਪੰਜਾਬ ਦਾ ਮਹਾਪੈਕ ਹੈ ਜਿਹੜਾ 3200 ਰੁਪਏ ਦਾ ਪੈਂਦਾ ਸੀਗਾ ਉਹ ਅੱਜ ਤੁਹਾਨੂੰ ਪਏਗਾ ਸਿਰਫ ਕਹਿ ਲਓ 1840 ਰੁਪਏ ਦਾ। ਇਹ ਪੰਜਾਬ ਦਾ ਮਹਾਪੈਕ ਕੀ ਹੈ ਕਿ ਇਹਦੇ ਵਿੱਚ ਤੁਹਾਨੂੰ ਸਾਰੇ ਜਿੰਨੇ ਵੀ ਕੋਰਸਿਸ ਆਪਾਂ ਲਾਂਚ ਕਰਦੇ ਹਾਂ ਪੰਜਾਬ ਰਿਲੇਟਡ ਐਗਜ਼ਾਮਸ ਦੇ, ਉਹ ਸਾਰੇ ਦੇ ਸਾਰੇ ਮਿਲਦੇ ਹੈ। ਤਾਂ ਯੂ ਕੈਨ ਗੈਟ ਦਿਸ ਪੰਜਾਬ ਦਾ ਮਹਾਪੈਕ ਇਨ ਜਸਟ 1840 ਲਈ। ਇਹਦੇ ਲਈ ਤੁਸੀਂ ਇੱਕ ਡਿਸਕਾਊਂਟ ਕੋਡ ਦਾ ਵੀ ਇਸਤੇਮਾਲ ਕਰ ਸਕਦੇ ਹੋ, ਇਹਦਾ ਨਾਮ ਹੈ YAT77। ਯੂਜ਼ ਕਰੋ ਤਾਂ ਇੱਥੇ ਤੁਹਾਨੂੰ ਡਿਸਕਾਊਂਟ ਮਿਲ ਜਾਏਗਾ, ਜਿਹਦੇ ਵਿੱਚ ਤੁਹਾਨੂੰ ਜਿਹੜਾ ਹੈ ਪੰਜਾਬ ਦਾ ਮਹਾਪੈਕ ਉਹ ਸਿਰਫ 1840 ਰੁਪਏ 'ਚ ਪਏਗਾ। ਰਾਈਟ, ਥੈਂਕ ਯੂ ਵੈਰੀ ਮਚ, ਹੈਵ ਅ ਗ੍ਰੇਟ ਡੇ। ਆਈ ਹੋਪ ਯੂ ਲਾਈਕ ਦ ਵੀਡੀਓ ਗਾਈਜ਼।